ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੋਏ ਬਿਰਖਤ ਬਨਾਰਸੀ, ਰਹਿੰਦਾ ਰਾਮਾਨੰਦ ਗੁਸਾਈ। ਅੰਮ੍ਰਿਤ ਵੇਲੇ ਉੱਠ ਕੇ, ਜਾਂਦਾ ਗੰਗਾ ਨਹਾਵਣ ਤਾਈਂ। ਅੱਗੋਂ ਹੀ ਦੇ ਜਾਏ ਕੈ, ਲੰਮਾ ਪਿਆ ਕਬੀਰ ਤਿਥਾਈਂ। ਪੈਰੀ ਟੁੰਬ ਉਠਾਲਿਆ, ਬੋਲਹੁ ਰਾਮ ਸਿੱਖ ਸਮਝਾਈ। ਜਿਉ ਲੋਹਾ ਪਾਰਸ ਛੁਹੇ, ਚੰਦਨ ਵਾਸ ਨਿਮ ਮਹਿਕਾਈ। ਪਸੂ ਪਰੇ ਤਹੁ ਦੇਵ ਕਰ, ਪੂਰੇ ਸਤਿਗੁਰ ਦੀ ਵਡਿਆਈ। ਅਚਰਜ ਨੂੰ ਅਚਰਜ ਮਿਲੈ, ਵਿਸਮਾਦੈ ਵਿਸਮਾਦ ਮਿਲਾਈ। ਝਰਣਾ ਝਰਦਾ ਨਿਜਰਹੁ, ਗੁਰਮੁਖ ਬਾਣੀ ਅਘੜ ਕਢਾਈ। ਰਾਮ ਕਬੀਰੈ ਭੇਦ ਨ ਭਾਈ, ਰਾਮ ਕਬੀਰੈ ਭੇਦ ਨ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਭਾਈ ਗੁਰਦਾਸ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚੋਂ 10ਵੀਂ ਵਾਰ ਦੀ 15ਵੀਂ ਪੌੜੀ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਇਸ 15ਵੀਂ ਪੌੜੀ ਦੇ ਵਿੱਚ ਭਗਤ ਕਬੀਰ ਜੀ ਅਤੇ ਸੁਆਮੀ ਰਾਮਾਨੰਦ ਜੀ ਦਾ ਜ਼ਿਕਰ ਕਰਦੇ ਹੈ। ਭਗਤ ਕਬੀਰ ਜੀ ਨੇ ਕਿਸ ਤਰੀਕੇ ਦੇ ਨਾਲ ਸੁਆਮੀ ਰਾਮਾਨੰਦ ਜੀ ਦੇ ਪਾਸੋਂ ਦੀਖਿਆ ਪ੍ਰਾਪਤ ਕੀਤੀ, ਨਾਮ ਦੀ ਦਾਤ ਪ੍ਰਾਪਤ ਕੀਤੀ, ਉਸ ਕਥਾ ਦਾ ਜ਼ਿਕਰ ਇਸ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਕੀਤਾ ਹੈ। ਇਹਨਾਂ ਦੋਨਾਂ ਹੀ ਭਗਤਾਂ ਦੀ ਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਭਗਤ ਕਬੀਰ ਜੀ ਦੀ ਵੀ ਔਰ ਭਗਤ ਰਾਮਾਨੰਦ ਜੀ ਦੀ ਵੀ। ਭਗਤ ਰਾਮਾਨੰਦ ਜੀ ਬਹੁਤ ਵੱਡੇ ਆਤਮ ਗਿਆਨੀ ਹੋਏ ਹੈ। ਪ੍ਰਯਾਗ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ।
ਕਾਂਸ਼ੀ ਆ ਕਰਕੇ ਵੇਦ ਵਿਦਿਆ ਪੜ੍ਹੀ, ਸ਼ਾਸਤਰਾਂ ਦੇ ਗਿਆਤਾ ਹੋਏ। ਫਿਰ ਰਾਘਵਾਨੰਦ ਨੂੰ ਗੁਰੂ ਧਾਰਨ ਕੀਤਾ ਸੀ। ਆਪ ਦੀਆਂ ਅਨੇਕਾਂ ਹੀ ਰਚਨਾਵਾਂ ਮਿਲਦੀਆਂ ਹਨ, ਅਨੇਕਾਂ ਪੁਸਤਕਾਂ ਹਨ ਭਗਤ ਰਾਮਾਨੰਦ ਜੀ ਦੀਆਂ। ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਰਾਮਾਨੰਦ ਜੀ ਦਾ ਬਸੰਤ ਰਾਗ ਦੇ ਵਿੱਚ ਇੱਕ ਸ਼ਬਦ ਹੈ, ਜਿਹਦੇ ਵਿੱਚ ਆਪ ਜੀ ਨੇ ਦੱਸਿਆ ਹੈ, ਹੁਣ ਹਿਰਦੇ ਘਰ ਦੇ ਵਿੱਚ ਹੀ ਆਨੰਦ ਬਣ ਗਿਆ ਹੈ। ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਕਿਸੇ ਇੱਕ ਖਾਸ ਟਿਕਾਣੇ 'ਤੇ ਉਹ ਨਹੀਂ ਹੈ। ਜੇ ਇਹ ਗੱਲ ਕਹੀਏ ਵੀ ਉਹ ਤੀਰਥਾਂ 'ਤੇ ਹੀ ਵੱਸਦਾ ਹੈ, ਮੰਦਰਾਂ ਵਿੱਚ ਹੀ ਵੱਸਦਾ ਹੈ, ਭਗਤ ਰਾਮਾਨੰਦ ਜੀ ਕਹਿੰਦੇ ਨਹੀਂ, ਉਹ ਸਾਰੀਆਂ ਥਾਵਾਂ 'ਤੇ ਵੱਸਦਾ ਹੈ। ਹਰ ਥਾਂ 'ਤੇ ਉਹਦੀ ਜੋਤ ਹੈ। ਆਪ ਨੇ ਪ੍ਰਭੂ ਨੂੰ ਹਰ ਥਾਂ 'ਤੇ ਵੱਸਦਾ ਹੋਇਆ ਜਾਣਿਆ। ਬਸੰਤ ਰਾਗ ਦੇ ਵਿੱਚ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਾਮਾਨੰਦ ਜੀ ਦਾ, ਕਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੈ ਮਨ ਭਇਓ ਭੰਗ। ਕਹਿੰਦੇ ਹੁਣ ਕਿੱਥੇ ਜਾਣਾ ਹੈ, ਹੁਣ ਕਿਤੇ ਬਾਹਰ ਭਟਕਣ ਦੀ ਲੋੜ ਹੀ ਨਹੀਂ। ਮੇਰਾ ਚਿੱਤ ਨਾ ਚੱਲੈ ਮਨ ਭਇਓ ਭੰਗ। ਹੁਣ ਇਹ ਮੇਰਾ ਚਿੱਤ ਚੱਲਦਾ ਨਹੀਂ, ਮੇਰਾ ਮਨ ਪਿੰਗਲਾ ਹੋ ਗਿਆ ਹੈ। ਮਨ ਦੇ ਪਿੰਗਲਾ ਹੋਣ ਦਾ ਮਤਲਬ ਇਹ ਹੈ ਵੀ ਮਨ ਟਿਕ ਗਿਆ ਹੈ। ਜਿਵੇਂ ਪਿੰਗਲਾ ਦੌੜ ਭੱਜ ਨਹੀਂ ਸਕਦਾ, ਕਹਿੰਦੇ ਹੁਣ ਇਹ ਮਨ ਦੌੜ ਭੱਜ ਨਹੀਂ ਸਕਦਾ, ਇਕਾਗਰ ਹੋ ਗਿਆ ਹੈ। ਕਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੈ ਮਨ ਭਇਓ ਭੰਗ। ਰਹਾਓ ਏਕ ਦਿਵਸ ਮਨ ਭਈ ਉਮੰਗ, ਕਸ ਚੰਦਨ ਚੋਆ ਬਹੁ ਸੁਗੰਧ। ਇੱਕ ਦਿਨ ਮੇਰੇ ਮਨ ਦੇ ਵਿੱਚ ਉਤਸ਼ਾਹ ਪੈਦਾ ਹੋਇਆ ਪੂਜਾ ਕਰਨ ਲਈ। ਮੈਂ ਬਹੁਤ ਸਾਰਾ ਚੰਦਨ ਘਸਾਇਆ, ਇਤਰ ਇਤਿਆਦਿਕ ਸੁਗੰਧੀਆਂ ਉਹ ਪਦਾਰਥ ਲਏ। ਪੂਜਨ ਚਾਲੀ ਬ੍ਰਹਮ ਠਾਏ, ਅਤੇ ਠਾਕੁਰ ਦੁਆਰੇ ਦੇ ਵਿੱਚ ਉਹਦੀ ਪੂਜਾ ਕਰਨ ਵਾਸਤੇ ਮੈਂ ਤੁਰ ਪਈ। ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਅਤੇ ਮੈਨੂੰ ਮੇਰੇ ਗੁਰੂ ਨੇ ਉਹ ਬ੍ਰਹਮ ਬਾਰੇ, ਪ੍ਰਭੂ ਬਾਰੇ ਦੱਸ ਦਿੱਤਾ, ਉਹ ਤੇਰੇ ਹਿਰਦੇ ਵਿੱਚ ਵੱਸਦਾ ਹੈ। ਅੰਤਰ ਆਤਮ ਮੁਖੀ ਬਿਰਤੀ ਕਰਕੇ ਉਹਨੂੰ ਚੇਤੇ ਕਰਿਆ ਕਰ। ਮੈਨੂੰ ਉਦੋਂ ਤੋਂ ਸਮਝ ਪੈ ਗਈ ਹੈ। ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਜਹਾਂ ਜਾਈਐ ਤਹ ਜਲ ਪਖਾਨ, ਤੂੰ ਪੂਰ ਰਹਿਓ ਹੈ ਸਭ ਸਮਾਨ। ਵੇਦ ਪੁਰਾਨ ਸਭ ਦੇਖੇ ਜੋਏ, ਊਹਾਂ ਤਉ ਜਾਈਐ ਜੋ ਈਹਾਂ ਨਾ ਹੋਏ। ਜਿੱਥੇ ਵੀ ਚਲੇ ਜਾਈਏ ਮੰਦਰ ਤੀਰਥਾਂ 'ਤੇ, ਤਹ ਜਲ ਪਖਾਨ, ਉੱਥੇ ਜਲ ਹੈ, ਪਖਾਨ ਪੱਥਰ ਹਨ। ਤੂੰ ਪੂਰ ਰਹਿਓ ਹੈ ਸਭ ਸਮਾਨ। ਹੇ ਪ੍ਰਭੂ, ਤੂੰ ਤਾਂ ਸਾਰੀਆਂ ਹੀ ਥਾਵਾਂ 'ਤੇ ਇੱਕੋ ਜਿਹਾ, ਇੱਕ ਬਰਾਬਰ ਹੋ ਕੇ ਵਸ ਰਿਹਾ ਹੈ। ਵੇਦ ਪੁਰਾਨ ਸਭ ਦੇਖੇ ਜੋਏ। ਭਗਤ ਰਾਮਾਨੰਦ ਜੀ ਕਹਿੰਦੇ ਨੇ, ਮੈਂ ਵੇਦ ਪੁਰਾਣ ਧਰਮ ਗ੍ਰੰਥਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਵੇਖਿਆ ਹੈ। ਊਹਾਂ ਤਉ ਜਾਈਏ ਜੋ ਈਹਾਂ ਨਾ ਹੋਏ। ਕਹਿੰਦੇ ਉੱਥੇ ਤਾਂ ਜਾਈਏ
ਜੋ ਈਹਾਂ ਨਾ ਹੋਏ ਜੇ ਰੱਬ ਇੱਥੇ ਨਾ ਹੋਵੇ। ਜੇ ਮਨ ਵਿੱਚ ਬੰਦਾ ਇਹੀ ਮਨਸ਼ਾ ਧਾਰ ਕੇ ਵੀ ਉੱਥੇ ਤੀਰਥ ਤੇ ਰੱਬ ਨੂੰ ਮਿਲਣ ਚੱਲਿਆ ਹੈ, ਤਾਂ ਉਹਦੇ ਮਨ ਦਾ ਭੁਲੇਖਾ ਹੈ, ਰੱਬ ਤਾਂ ਇੱਥੇ ਵੀ ਹੈ। ਸਤਿਗੁਰ ਮੈਂ ਬਲਿਹਾਰੀ ਤੋਰ, ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ। ਮੈਂ ਗੁਰੂ ਤੋਂ ਸਦਾ ਬਲਿਹਾਰ ਜਾਂਦਾ ਹਾਂ, ਜਿਹਨੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ, ਸਾਰੇ ਭਰਮ ਨਿਵਰਤ ਕਰ ਦਿੱਤੇ। ਰਾਮਾਨੰਦ ਸੁਆਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਭਗਤ ਰਾਮਾਨੰਦ ਜੀ ਕਹਿੰਦੇ ਮੇਰਾ ਸੁਆਮੀ ਮਾਲਕ ਹਰ ਥਾਂ 'ਤੇ ਵਸਦਾ ਹੈ। ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਗੁਰੂ ਦਾ ਸ਼ਬਦ ਕਰੋੜਾਂ ਹੀ ਪਾਪ ਕਰਮਾਂ ਨੂੰ ਕੱਟ ਦਿੰਦਾ, ਦੂਰ ਕਰ ਦਿੰਦਾ ਹੈ। ਤੋ ਭਗਤ ਰਾਮਾਨੰਦ ਜੀ ਨੇ ਇੱਕ ਪਰਮਾਤਮਾ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ, ਮੂਰਤੀ ਪੂਜਾ ਤੋਂ ਵਰਜਿਆ, ਔਰ ਇੱਕ ਅਕਾਲ ਪੁਰਖ ਦਾ ਨਾਮ ਜਪਣ ਦਾ ਉਪਦੇਸ਼ ਦ੍ਰਿੜ ਕਰਵਾਇਆ ਹੈ। ਸੋ ਇਹ ਜਿਹਦਾ ਮੈਂ ਜ਼ਿਕਰ ਕੀਤਾ ਬਸੰਤ ਰਾਗ ਦੇ ਵਿੱਚ ਇੱਕ ਸ਼ਬਦ ਹੈ, ਇਹ ਭਗਤ ਰਾਮਾਨੰਦ ਜੀ ਦਾ। ਬੜੇ ਵੱਡੇ ਵਿਦਵਾਨ ਸਾਧੂ ਸਤਪੁਰਸ਼ ਆਤਮ ਗਿਆਨੀ ਪੁਰਸ਼ ਭਗਤ ਰਾਮਾਨੰਦ ਜੀ ਹੋਏ ਹੈ। ਸੁਆਮੀ ਰਾਮਾਨੰਦ ਜੀ ਵੀ ਕਹਿ ਦਿੰਦੇ ਹੈ, ਭਗਤ ਰਾਮਾਨੰਦ ਜੀ ਵੀ ਕਹਿ ਦਿੰਦੇ ਹੈ। ਅੱਗੇ ਇਹਨਾਂ ਦੇ ਚੇਲੇ ਅਨੇਕਾਂ ਹਨ। ਭਗਤ ਕਬੀਰ ਜੀ ਵੀ ਇਹਨਾਂ ਦੇ ਚੇਲੇ, ਭਗਤ ਸੈਣ ਜੀ ਇਹਨਾਂ ਦੇ ਚੇਲੇ, ਹੋਰ ਅਨੇਕਾਂ ਚੇਲੇ ਹਨ ਜਿਨ੍ਹਾਂ ਨੂੰ ਸਿੱਖਿਆ ਦਿੱਤੀ। ਉਹ ਫਿਰ ਆਤਮ ਗਿਆਨੀ ਪੁਰਸ਼ ਬਣੇ ਅਤੇ ਉਹਨਾਂ ਦੀ ਬਾਣੀ ਵੀ ਬੜੇ ਪ੍ਰੇਮ ਦੇ ਨਾਲ ਸੰਸਾਰ ਦੇ ਲੋਕ ਪੜ੍ਹਦੇ ਹੈ। ਸੋ ਭਗਤ ਕਬੀਰ ਜੀ ਨੇ ਸੁਆਮੀ ਰਾਮਾਨੰਦ ਜੀ ਤੋਂ ਕਿਵੇਂ ਗੁਰਦਖਣਾ ਨਾਮ ਦੀ ਦਾਤ ਪ੍ਰਾਪਤ ਕੀਤੀ, ਇਸ ਪੌੜੀ ਦੇ ਵਿੱਚ ਭਾਈ ਸਾਹਿਬ ਨੇ ਜ਼ਿਕਰ ਕੀਤਾ ਹੈ। ਵਾਹਿਗੁਰੂ ਜੀ ਹੋਏ ਬਿਰਖਤ ਬਨਾਰਸੀ, ਰਹਿੰਦਾ ਰਾਮਾਨੰਦ ਗੁਸਾਈ। ਭਾਈ ਗੁਰਦਾਸ ਜੀ ਫਰਮਾਉਂਦੇ ਹੈ, ਗੁਸਾਈ ਰਾਮਾਨੰਦ ਜੀ ਬਿਰਖਤ ਹੋ ਕੇ, ਮਾਇਆ ਤੋਂ ਉਦਾਸ ਹੋ ਕਰਕੇ ਬਨਾਰਸ ਦੇ ਵਿੱਚ, ਕਾਸ਼ੀ ਦੇ ਵਿੱਚ ਰਹਿੰਦੇ ਸਨ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈਂ। ਕਰਮ ਕੀ ਕਰਦੇ ਸੀ ਸੁਆਮੀ ਰਾਮਾਨੰਦ ਜੀ? ਅੰਮ੍ਰਿਤ ਵੇਲੇ ਚਾਹ ਲਾਗੇ ਉੱਠ ਕੇ, ਸਵੇਰੇ ਵਕਤੇ ਅੰਮ੍ਰਿਤ ਵੇਲੇ ਉੱਠ ਕੇ ਗੰਗਾ 'ਤੇ ਇਸ਼ਨਾਨ ਕਰਨ ਜਾਇਆ ਕਰਦੇ ਸੀ। ਹਰ ਰੋਜ਼ ਉਹਨਾਂ ਦਾ ਨੇਮ ਸੀ। ਸਵਾ ਪਹਿਰ ਰਾਤ ਰਹਿੰਦੀ ਤੋਂ ਉੱਠ ਕੇ ਗੰਗਾ 'ਤੇ ਇਸ਼ਨਾਨ ਕਰਨ ਜਾਇਆ ਕਰਦੇ ਸਨ। ਅੱਗੋਂ ਹੀ ਦੇ ਜਾਏ ਕੈ, ਲੰਮਾ ਪਿਆ ਕਬੀਰ ਤਿਥਾਈ। ਰਾਮਾਨੰਦ ਜੀ ਪੂਰਨ ਬ੍ਰਹਮ ਗਿਆਨੀ ਸਨ। ਇੱਧਰ ਭਗਤ ਕਬੀਰ ਜੀ ਨੂੰ ਲਗਨ ਸੀ ਕਿ ਮੈਂ ਵੀ ਨਾਮ ਦੀ ਦਾਤ ਪ੍ਰਾਪਤ ਕਰਕੇ ਸਿਮਰਨ ਕਰਾਂ। ਸੁਆਮੀ ਰਾਮਾਨੰਦ ਜੀ ਉੱਤਮ ਪੁਰਸ਼ ਹਨ, ਉਹਨਾਂ ਨੂੰ ਗੁਰੂ ਧਾਰਨ ਕਰਾਂ। ਅਤੇ ਭਗਤ ਕਬੀਰ ਜੀ ਦੇ ਮਨ ਵਿੱਚ ਇਹ ਸੰਕਲਪ ਆਇਆ, ਕਿਤੇ ਮੈਨੂੰ ਜੁਲਾਇਆ ਜਾਣ ਕੇ, ਨੀਵੀਂ ਜਾਤ ਦਾ ਜਾਣ ਕੇ ਐਸਾ ਨਾ ਹੋਵੇ ਮੈਂ ਉਹਨਾਂ ਦੇ ਕੋਲ ਜਾਵਾਂ ਅਤੇ ਉਹ ਮੈਨੂੰ ਉਪਦੇਸ਼ ਹੀ ਨਾ ਦੇਣ, ਮੈਨੂੰ ਆਪਣਾ ਚੇਲਾ ਹੀ ਨਾ ਬਣਾਉਣ। ਤਾਂ ਭਗਤ ਕਬੀਰ ਜੀ ਨੇ ਫਿਰ ਮਨ ਵਿੱਚ ਇਹ ਵਿਉਂਤ ਬਣਾਈ ਵੀ ਸਵੇਰੇ ਅੰਮ੍ਰਿਤ ਵੇਲੇ ਸੁਆਮੀ ਰਾਮਾਨੰਦ ਜੀ ਗੰਗਾ 'ਤੇ ਨਹਾਉਣ ਜਾਂਦੇ ਹੈ, ਇਸ਼ਨਾਨ ਕਰਨ, ਅਤੇ ਮੈਂ ਰਾਹ ਵਿੱਚ ਲੰਮਾ ਪੈ ਜਾਵਾਂਗਾ। ਕੁਝ ਤਾਂ ਮੈਨੂੰ ਕਹਿਣਗੇ ਹੀ, ਮੈਂ ਉਹੀ ਗੁਰੂ ਉਪਦੇਸ਼ ਸਮਝਾਂਗਾ ਅਤੇ ਆਪਣਾ ਗੁਰੂ ਸਮਝਾਂਗਾ ਉਹਨਾਂ ਨੂੰ। ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਜ਼ਿਕਰ ਕਰ ਰਹੇ ਹੈ,
ਅੱਗੋਂ ਹੀ ਦੇ ਜਾਏ ਕੈ ਲੰਮਾ ਪਿਆ ਕਬੀਰ ਤਿਥਾਈ। ਸੋ ਭਗਤ ਕਬੀਰ ਜੀ ਅੱਧੀ ਰਾਤ ਨੂੰ ਹੀ ਉਸ ਰਸਤੇ ਵਿੱਚ ਜਾ ਕੇ ਲੰਮੇ ਪੈ ਗਏ। ਭਗਤ ਕਬੀਰ ਜੀ ਨੂੰ ਪਤਾ ਸੀ ਵੀ ਇਸ ਰਸਤੇ ਦੇ ਰਾਹੀਂ ਗੰਗਾ 'ਤੇ ਜਾਂਦੇ ਆ ਇਸ਼ਨਾਨ ਕਰਨ ਸਵਾਮੀ ਰਾਮਾਨੰਦ ਜੀ। ਸੋ ਅੱਧੀ ਰਾਤ ਵੇਲੇ ਉਹ ਰਾਹ ਦੇ ਵਿੱਚ ਜਾ ਕੇ ਲੰਮੇ ਪੈ ਗਏ ਜਿੱਧਰੋਂ ਸਵਾਮੀ ਰਾਮਾਨੰਦ ਜੀ ਨੇ ਲੰਘਣਾ ਸੀ। ਪੈਰੀ ਟੁੰਬ ਉਠਾਲਿਆ ਬੋਲਹੁ ਰਾਮ ਸਿੱਖ ਸਮਝਾਈ। ਜਦੋਂ ਸਵਾਮੀ ਰਾਮਾਨੰਦ ਜੀ ਅੰਮ੍ਰਿਤ ਵੇਲੇ ਆਏ, ਹਨੇਰਾ ਸੀ ਬਹੁਤ ਜ਼ਿਆਦਾ। ਭਗਤ ਕਬੀਰ ਜੀ ਰਾਹ ਵਿੱਚ ਲੰਮੇ ਪਏ ਸੀ। ਠੇਡਾ ਲੱਗਾ ਸਵਾਮੀ ਰਾਮਾਨੰਦ ਜੀ ਨੂੰ। ਡਿੱਗਦੇ ਮਸਾਂ ਬਚੇ, ਇੱਕਦਮ ਪਿੱਛੇ ਮੁੜੇ, ਵੇਖਿਆ ਵੀ ਕੋਈ ਸ਼ਖਸ, ਕੋਈ ਸੱਜਣ ਰਾਹ ਵਿੱਚ ਲੰਮੇ ਪਿਆ ਹੋਇਆ ਹੈ। ਪੈਰੀਂ ਟੁੰਬ ਉਠਾ ਲਿਆ, ਪੈਰ ਦੇ ਨਾਲ ਟੁੰਬ ਕੇ, ਪੈਰ ਦਾ ਜਿਹੜਾ ਅਗਲਾ ਪੰਜਾ ਹੁੰਦਾ ਨਾ, ਉਂਗਲਾਂ, ਅਤੇ ਉਹਦੇ ਨਾਲ ਟੁੰਬ ਕੇ, ਪੈਰ ਲਾ ਕੇ ਤੇ ਉਠਾਇਆ। ਪੈਰੀਂ ਟੁੰਬ ਉਠਾਲਿਆ ਬੋਲਹੁ ਰਾਮ ਸਿੱਖ ਸਮਝਾਈ। ਤੇ ਸਵਾਮੀ ਰਾਮਾਨੰਦ ਜੀ ਨੇ ਟੁੰਬ ਕੇ ਜਗਾ ਦਿੱਤਾ ਤੇ ਕਿਹਾ, ਉੱਠ ਰਾਮ ਕੇ ਰਾਮ ਕਹੋ। ਇਹ ਵੇਲਾ ਸੌਣ ਦਾ ਨਹੀਂ, ਹੇ ਭਾਈ ਉੱਠ ਰਾਮ ਕੇ ਰਾਮ ਕਹੋ। ਹੁਣ ਸਵਾਮੀ ਰਾਮਾਨੰਦ ਜੀ ਨੂੰ ਨਹੀਂ ਪਤਾ ਸੀ ਵੀ ਇਹ ਬੰਦਾ ਕੌਣ ਹੈ। ਬਸ ਇੰਨੀ ਗੱਲ ਕਹੀ ਤੇ ਅੱਗੇ ਤੁਰ ਪਏ। ਭਗਤ ਕਬੀਰ ਜੀ ਨੇ ਗੁਰਮੰਤਰ ਜਾਣ ਕੇ ਰਾਮ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਉੱਥੋਂ ਉੱਠ ਕੇ ਆ ਗਏ ਅਤੇ ਸਵਾਮੀ ਰਾਮਾਨੰਦ ਜੀ ਨੂੰ ਇਸ ਤਰ੍ਹਾਂ ਆਪਣਾ ਗੁਰੂ ਧਾਰਨ ਕਰ ਲਿਆ। ਮਨ ਵਿੱਚ ਇਹ ਸੀ ਵੀ ਪਤਾ ਨਹੀਂ ਮੈਨੂੰ ਸਿੱਖਿਆ ਦੇਣੀ ਕਿ ਨਹੀਂ ਦੇਣੀ। ਖਾਸ ਕਰਕੇ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ ਉਹਨਾਂ ਨੂੰ ਚੇਲੇ ਨਹੀਂ ਸੀ ਬਣਾਉਂਦੇ। ਪਰ ਜਦ ਸਾਧਨਾ ਕਰਦਿਆਂ ਅਖੀਰਲੀ ਅਵਸਥਾ ਵਿੱਚ ਸਵਾਮੀ ਰਾਮਾਨੰਦ ਜੀ ਆਏ ਸਨ, ਫਿਰ ਉਹਨਾਂ ਮੂਰਤੀ ਪੂਜਾ ਵੀ ਛੱਡ ਦਿੱਤੀ ਸੀ ਔਰ ਇੱਕ ਅਕਾਲ ਦਾ ਨਾਮ, ਪ੍ਰਭੂ ਦਾ ਨਾਮ ਜਪਦੇ ਅਤੇ ਸਾਰਿਆਂ ਨੂੰ ਇੱਕ ਪ੍ਰਭੂ ਦਾ ਨਾਮ ਜਪਣ ਦਾ ਉਪਦੇਸ਼ ਦਿੰਦੇ ਸਨ। ਸੋ ਇਸ ਤਰ੍ਹਾਂ ਭਗਤ ਕਬੀਰ ਜੀ ਨੇ ਸਵਾਮੀ ਰਾਮਾਨੰਦ ਜੀ ਨੂੰ ਆਪਣਾ ਗੁਰੂ ਧਾਰਨ ਕਰ ਲਿਆ। ਬੋਲਹੁ ਰਾਮ ਸਿੱਖ ਸਮਝਾਈ। ਸੋ ਇਹ ਸਿੱਖਿਆ ਸਮਝਾਈ, ਉੱਠ ਰਾਮ ਕੇ ਰਾਮ ਕਹੋ। ਜਿਉ ਲੋਹਾ ਪਾਰਸ ਛੋਹੇ ਚੰਦਨ ਵਾਸ ਨਿਮ ਮਹਿਕਾਈ। ਭਾਈ ਗੁਰਦਾਸ ਜੀ ਕਹਿੰਦੇ ਬਸ ਫਿਰ ਕੀ ਸੀ। ਕਹਿੰਦੇ ਜਿਵੇਂ ਲੋਹਾ ਪਾਰਸ ਨੂੰ ਛੂਹ ਕੇ ਸੋਨਾ ਬਣ ਜਾਂਦਾ ਹੈ, ਭਗਤ ਕਬੀਰ ਦੇ ਜੀਵਨ ਵਿੱਚ ਇਸ ਤਰ੍ਹਾਂ ਤਬਦੀਲੀ ਆ ਗਈ। ਸਵਾਮੀ ਰਾਮਾਨੰਦ ਦੇ ਚੇਲੇ ਬਣ ਗਏ, ਸਿੱਖਿਆ ਲੈ ਲਈ, ਜਪਣ ਲੱਗ ਪਏ। ਹੁਣ ਲੋਹੇ ਤੋਂ ਸੋਨਾ ਬਣ ਗਏ ਜਪਦੇ ਜਪਦੇ। ਜਿਉਂ ਲੋਹਾ ਪਾਰਸ ਛੋਹੇ ਚੰਦਨ ਵਾਸ ਨਿੰਮ ਮਹਿਕਾਈ। ਕਹਿੰਦੇ ਜਿਵੇਂ ਕੌੜੀ ਨਿੰਮ ਚੰਦਨ ਦੇ ਨੇੜੇ ਰਹਿ ਕੇ ਸੁਗੰਧੀ ਵਾਲੀ ਹੋ ਜਾਂਦੀ ਹੈ, ਇਸ ਤਰ੍ਹਾਂ ਸਵਾਮੀ ਰਾਮਾਨੰਦ ਦੇ ਚਰਨਾਂ ਦੀ ਛੋਹ ਭਗਤ ਕਬੀਰ ਜੀ ਦੇ ਜੀਵਨ ਵਿੱਚ ਤਬਦੀਲੀ ਲੈ ਕੇ ਆਈ। ਭਗਤੀ ਦੀ ਸੁਗੰਧੀ, ਨਾਮ ਦੀ ਸੁਗੰਧੀ ਉਹਨਾਂ ਦੇ ਜੀਵਨ ਵਿੱਚੋਂ ਆਉਣ ਲੱਗ ਪਈ। ਪਸ਼ੂ ਪਰੇ ਤਹੁ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ, ਪੂਰੇ ਸਤਿਗੁਰੂ ਦੀ ਇਹ ਬਹੁਤ ਵੱਡੀ ਵਡਿਆਈ ਹੈ। ਪੂਰੇ ਗੁਰੂ ਦੀ ਜਿਹੜੀ ਛੋਹ ਹੈ, ਸਪਰਸ਼ਤਾ ਹੈ, ਪਸ਼ੂ ਅਤੇ ਪ੍ਰੇਤ ਬੁੱਧੀ ਵਾਲਿਆਂ ਨੂੰ, ਨੀਵਿਆਂ ਨੂੰ ਵੀ ਦੇਵਤਿਆਂ ਵਾਲੀ ਬੁੱਧੀ ਦੇ ਮਾਲਕ ਬਣਾ ਦਿੰਦੀ ਹੈ। ਜਿਹੜੇ ਪਸ਼ੂ ਬਿਰਤੀ ਦੇ ਲੋਕ ਨੇ ਨਾ, ਪ੍ਰੇਤ ਬਿਰਤੀ ਦੇ ਲੋਕ ਹਨ, ਜਦੋਂ ਪੂਰੇ ਗੁਰੂ ਦੀ ਛੋਹ ਸਪਰਸ਼ਤਾ ਮਿਲ ਜਾਏ ਫਿਰ ਉਹ ਦੈਵੀ ਗੁਣਾਂ ਵਾਲੇ ਦੇਵਤੇ ਬਣ ਜਾਂਦੇ ਹੈ। ਸਮਰੱਥ ਗੁਰੂ ਜਦ ਮਿਲ ਜਾਏ। ਸੋ ਭਗਤ ਕਬੀਰ ਦੇ ਜੀਵਨ ਦੇ ਵਿੱਚ ਇਹ ਵੱਡੀ ਤਬਦੀਲੀ ਆਈ। ਜਿਵੇਂ ਜਿਵੇਂ ਉਹ ਸਿਮਰਨ ਕਰਨ ਲੱਗ ਪਏ, ਤਿਵੇਂ ਤਿਵੇਂ ਉਹ ਫਿਰ ਉੱਚ ਅਵਸਥਾ ਨੂੰ ਪਹੁੰਚਦੇ ਗਏ। ਅਚਰਜ ਨੋ ਅਚਰਜ ਮਿਲੈ
ਵਿਸਮਾਦੈ ਵਿਸਮਾਦ ਮਿਲਾਈ। ਸੋ ਅਚਰਜ ਨੂੰ ਸਵਾਮੀ ਰਾਮਾਨੰਦ ਜੀ ਉਹ ਅਸਚਰਜ ਅਵਸਥਾ ਦੇ ਮਾਲਕ ਸਨ ਅਤੇ ਚੇਲਾ ਵੀ ਉਹਨਾਂ ਨੂੰ ਇਹ ਅਸਚਰਜ ਹੀ ਮਿਲਿਆ। ਪਰ ਉਧਰ ਸਵਾਮੀ ਜੀ ਨੂੰ ਨਹੀਂ ਸੀ ਪਤਾ, ਉਪਦੇਸ਼ ਦੇ ਕੇ ਚਲੇ ਗਏ, ਅਸਚਰਜ ਨੂੰ ਅਸਚਰਜ ਹੀ ਮਿਲ ਗਏ। ਵਿਸਮਾਦੈ ਵਿਸਮਾਦ ਮਿਲਾਈ। ਅਤੇ ਭਗਤ ਕਬੀਰ ਜੀ ਸਿਮਰਨ ਕਰਦੇ ਕਰਦੇ ਵਿਸਮਾਦ ਹੈਰਾਨਕੁਨ ਅਵਸਥਾ ਦੇ ਵਿੱਚ ਪਹੁੰਚੇ ਅਤੇ ਈਸ਼ਵਰ ਨੂੰ ਜੋ ਵਿਸਮਾਦੀ ਹੈ, ਕੌਤਕਾਂ ਨੂੰ ਕਰਨ ਵਾਲਾ ਹੈ, ਉਹਦੇ ਵਿੱਚ ਭਗਤ ਕਬੀਰ ਜੀ ਜਾ ਮਿਲੇ ਹੈ। ਝਰਣਾ ਝਰਦਾ ਨਿਜ ਰਹੋ, ਗੁਰਮੁਖ ਬਾਣੀ ਅਘੜ ਕਢਾਈ। ਸੋ ਜਿਵੇਂ ਇੱਕ ਰਸ ਝਰਨਾ ਜਿਹੜਾ ਹੁੰਦਾ ਨਾ, ਪਾਣੀ ਦਾ ਵਹਿੰਦਾ ਹੈ, ਉਹ ਇੱਕ ਰਸ ਪਹਾੜਾਂ ਤੋਂ ਝਰਨਾ ਵਗਦਾ ਰਹਿੰਦਾ ਹੈ। ਇਸੇ ਤਰ੍ਹਾਂ ਭਗਤ ਕਬੀਰ ਜੀ, ਉਹਨਾਂ ਦੇ ਹਿਰਦੇ ਦੇ ਵਿੱਚ ਇੱਕ ਰਸ ਪ੍ਰਭੂ ਦੇ ਨਾਮ ਦੀ ਰੌਂ ਜਿਹੜੀ ਹੈ ਪੈਦਾ ਹੋਈ ਹੈ। ਗੁਰਮੁਖ ਬਾਣੀ ਅਘੜ ਕਢਾਈ। ਅਤੇ ਗੁਰਮੁਖ ਸਵਾਮੀ ਰਾਮਾਨੰਦ ਜੀ ਦੀ ਬਾਣੀ, ਉਹਨਾਂ ਨੇ ਜੋ ਬੋਲ ਕਹੇ ਸੀ, ਰਾਮ ਕੇ ਰਾਮ ਕਹੋ ਅਘੜ ਕਢਾਈ, ਜਿਨ੍ਹਾਂ ਦਾ ਜੀਵਨ ਘੜਿਆ ਹੋਇਆ ਨਹੀਂ ਸੀ ਭਗਤ ਕਬੀਰ ਜੀ, ਉਸ ਸਿੱਖਿਆ ਨੂੰ ਸਮਝ ਕੇ ਰਾਮ ਨਾਮ ਜਪਦੇ ਰਹੇ ਅਤੇ ਉਹਨਾਂ ਦੇ ਜੀਵਨ ਨੂੰ ਘੜ ਦਿੱਤਾ। ਐਸਾ ਸਵਾਰਿਆ ਰਾਮ ਕਬੀਰੈ ਭੇਦ ਨਾ ਪਾਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ, ਐਸਾ ਜੀਵਨ ਸਵਾਰਿਆ ਗਿਆ, ਭਗਤ ਕਬੀਰ ਅਤੇ ਰਾਮ ਰਮੇ ਹੋਏ ਰਾਮ ਪਰਮਾਤਮਾ ਦੇ ਵਿੱਚ ਕੋਈ ਭੇਦ ਹੀ ਨਾ ਰਿਹਾ, ਇੱਕ ਮਿਕ ਹੋ ਗਏ। ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ। ਰਾਮ ਕਬੀਰਾ ਏਕ ਭਏ ਹੈ, ਕੋਇ ਨਾ ਸਕੈ ਪਛਾਨੀ। ਸੋ ਇੱਕ ਮਿਕ ਪ੍ਰਭੂ ਦੇ ਨਾਲ ਮਿਲ ਕੇ ਇੱਕ ਹੋ ਗਏ ਭਗਤ ਕਬੀਰ ਜੀ। ਸੋ ਇਸ ਤਰ੍ਹਾਂ ਭਗਤ ਕਬੀਰ ਜੀ ਨੇ ਸਵਾਮੀ ਰਾਮਾਨੰਦ ਜੀ ਤੋਂ ਉਪਦੇਸ਼ ਲਿਆ ਸੀ, ਬੰਦਗੀ ਕੀਤੀ ਆਪ ਨੇ। ਬੜੀ ਤੀਕਸ਼ਣ ਬੁੱਧੀ ਦੇ ਮਾਲਕ ਸਨ ਭਗਤ ਕਬੀਰ ਜੀ ਨੇ। ਜਿਹੜੇ ਲੋਕ ਅੰਧ ਵਿਸ਼ਵਾਸਾਂ ਦੇ ਵਿੱਚ ਪਏ ਹੋਏ ਸੀ, ਉਹਨਾਂ ਲੋਕਾਂ ਨੂੰ ਸਮਝਾਇਆ, ਫੋਕੇ ਕਰਮ ਕਾਂਡਾਂ ਦਾ ਖੰਡਨ ਕੀਤਾ ਔਰ ਉੱਚੀ ਜਾਤ ਵਾਲੇ ਹੰਕਾਰੀ ਲੋਕਾਂ ਨੂੰ ਵੀ ਭਗਤ ਕਬੀਰ ਜੀ ਚੰਗੇ ਟੱਕਰੇ। ਵਿਦਵਾਨਾਂ ਦੇ ਨਾਲ ਆਪ ਦੀ ਆਮ ਚਰਚਾ ਹੋਇਆ ਕਰਦੀ ਸੀ ਬਨਾਰਸ ਦੇ ਵਿੱਚ। ਉੱਚੀ ਜਾਤ ਵਾਲੇ ਬ੍ਰਾਹਮਣ ਲੋਕ ਆਪ ਜੀ ਤੋਂ ਖਫਾ ਸਨ, ਸ਼ਿਕਾਇਤਾਂ ਵੀ ਹੋਈਆਂ, ਸਜ਼ਾਵਾਂ ਦੇਣ ਦੇ ਯਤਨ ਵੀ ਕੀਤੇ ਗਏ, ਬੰਨ੍ਹ ਕੇ ਹਾਥੀ ਅੱਗੇ ਵੀ ਸੁੱਟਿਆ ਗਿਆ। ਸੋ ਬਹੁਤ ਕੁਝ ਹੋਇਆ। ਜਦ ਭਗਤ ਕਬੀਰ ਦਾ ਅਸੀਂ ਜੀਵਨ ਪੜ੍ਹਦੇ ਹਾਂ, ਭਗਤ ਕਬੀਰ ਜੀ ਦੀ 15 ਭਗਤਾਂ ਦੇ ਵਿੱਚੋਂ ਭਗਤ ਕਬੀਰ ਜੀ ਦੀ ਸਭ ਤੋਂ ਵਧੇਰੇ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਭਗਤ ਕਬੀਰ ਜੀ ਦੇ ਸ਼ਬਦ ਅਤੇ ਸ਼ਲੋਕ, ਇਹਨਾਂ ਸਾਰਿਆਂ ਦੀ ਜਦੋਂ ਆਪਾਂ ਗਿਣਤੀ ਕਰਦੇ ਹਾਂ 541 ਬਣਦੇ ਹੈ। 17 ਰਾਗਾਂ ਦੇ ਵਿੱਚ ਭਗਤ ਕਬੀਰ ਜੀ ਦੀ ਬਾਣੀ ਹੈ। ਕਰਮ ਕਾਂਡਾਂ ਦਾ ਆਪ ਨੇ ਖੰਡਨ ਕੀਤਾ। ਜੀਵਤ ਪਿਤਰ ਨਾ ਮਾਨੈ ਕਉ, ਮੂਏ ਸਿਰਾਧ ਕਰਾਹੀ। ਪਿਤਰ ਪਿਬਪਰੇ ਕਹੋ ਕਿਉ ਪਾਵਹਿ, ਕਊਆ ਕੂਕਰ ਖਾਹੀ। ਜਿਹੜੇ ਲੋਕ ਸ਼ਰਾਧ ਕਰਦੇ ਸੀ ਵੀ ਮਰਿਆਂ ਨੂੰ ਭੋਜਨ ਪੁੱਜਦਾ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨਹੀਂ, ਉਹ ਤਾਂ ਕਾਂ ਕੁੱਤੇ ਖਾ ਜਾਂਦੇ ਹੈ, ਉੱਦਾਂ ਕਿਸੇ ਗਰੀਬ ਨੂੰ ਭੋਜਨ ਛਕਾਓ, ਪੁੰਨ ਲੱਗੇਗਾ। ਪਰ ਮਨ ਵਿੱਚ ਇਹ ਗਲਤ ਧਾਰਨਾ ਪਾ ਕੇ ਨਾ ਬੈਠੋ ਵੀ ਉਹਨਾਂ ਨੂੰ ਪੁੱਜਦਾ ਹੈ। ਜਾਤ ਪਾਤ ਦਾ ਖੰਡਨ ਕੀਤਾ। ਗਰਭਵਾਸ ਮਹਿ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਕਹਿੰਦੇ ਮਾਤਾ ਦੇ ਗਰਭ ਵਿੱਚ ਕੋਈ ਜਾਤ ਨਹੀਂ ਹੁੰਦੀ,
ਕੋਈ ਕੁਲ ਨਹੀਂ। ਸਾਰੇ ਉਸ ਬ੍ਰਹਮ ਤੋਂ ਪੈਦਾ ਹੋਏ ਹੈ, ਕੋਈ ਉੱਚਾ ਨੀਵਾਂ ਨਹੀਂ ਹੈ। ਸੋ ਇਸ ਤਰ੍ਹਾਂ ਬਹੁਤ ਸਾਰੇ ਐਸੇ ਭਰਮ ਭੁਲੇਖੇ ਸੰਸਾਰ ਦੇ ਲੋਕਾਂ ਦੇ ਮਨਾਂ ਵਿੱਚ ਪਏ ਸੀ, ਜਿਹੜੇ ਭਗਤ ਕਬੀਰ ਜੀ ਨੇ ਦੂਰ ਕੀਤੇ ਹੈ। ਭਗਤ ਕਬੀਰ ਜੀ ਦੀ ਬਾਣੀ ਸਾਨੂੰ ਵਹਿਮਾਂ ਭਰਮਾਂ ਤੋਂ ਕੱਢ ਕੇ ਇੱਕ ਅਕਾਲ ਪੁਰਖ ਪਰਮਾਤਮਾ ਦੇ ਲੜ ਲਾਉਂਦੀ ਹੈ ਅਤੇ ਵਾਹਿਗੁਰੂ ਜੀ ਦਾ ਨਾਮ, ਪਰਮੇਸ਼ਰ ਦਾ ਨਾਮ ਜਪਣ ਦਾ ਉਪਦੇਸ਼ ਦਿੰਦੀ ਹੈ। ਸੋ ਇਸ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਹੈ। ਹਰ ਮਨੁੱਖ ਨੂੰ ਇਹ ਉਪਦੇਸ਼ ਮਿਲਦਾ ਹੈ ਕਿ ਗੁਰਮੰਤਰ ਜੋ ਬਖਸ਼ਿਸ਼ ਕੀਤਾ ਗੁਰੂ ਦਾ, ਉਹਨੂੰ ਬੜੇ ਪ੍ਰੇਮ ਦੇ ਨਾਲ ਧਾਰਨ ਕਰਨਾ ਚਾਹੀਦਾ ਹੈ। ਜਿਵੇਂ ਗੁਰਮੁਖ ਪਿਆਰੇ ਗੁਰਸਿੱਖੀ ਦੇ ਵਿੱਚ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਜਾਂਦੀ ਹੈ, ਪੰਜ ਪਿਆਰੇ ਸਾਹਿਬਾਨ ਸਾਨੂੰ ਗੁਰਮੰਤਰ ਬਖਸ਼ਦੇ ਹੈ। ਵਾਹਿਗੁਰੂ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਸੋ ਇਹ ਗੁਰਮੰਤਰ ਬਖਸ਼ਦੇ ਹੈ, ਮੂਲ ਮੰਤਰ ਬਖਸ਼ਦੇ ਹੈ। ਸਤਿਗੁਰੂ ਦਾ ਇਹ ਸਿਧਾਂਤ ਹੈ। ਅਤੇ ਜਿਵੇਂ ਪ੍ਰੇਮ ਦੇ ਨਾਲ ਭਗਤ ਕਬੀਰ ਜੀ ਨੇ ਸਵਾਮੀ ਰਾਮਾਨੰਦ ਜੀ ਦੇ ਉਪਦੇਸ਼ ਨੂੰ ਧਾਰਿਆ, ਇਸੇ ਤਰ੍ਹਾਂ ਸਾਨੂੰ ਜੋ ਗੁਰੂ ਸਾਹਿਬ ਪੰਜ ਪਿਆਰੇ ਸਾਹਿਬਾਨ ਗੁਰਮੰਤਰ ਬਖਸ਼ਦੇ ਹੈ, ਪ੍ਰੇਮ ਸਹਿਤ ਧਾਰ ਕੇ ਉਹਨੂੰ ਜਪਣਾ ਚਾਹੀਦਾ ਹੈ। ਸੋ ਇਹ ਉਪਦੇਸ਼ ਹੈ। ਹੁਣ ਇਸ ਤੋਂ ਅੱਗੇ ਜੋ 16ਵੀਂ ਪੌੜੀ ਹੈ, ਇਹਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਭਗਤ ਸੈਣ ਜੀ ਦਾ ਜ਼ਿਕਰ ਕੀਤਾ ਹੈ। ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਆ ਸੈਣ ਨਾਈ। ਜਦੋਂ ਭਗਤ ਕਬੀਰ ਜੀ ਦਾ ਤੇਜ ਪ੍ਰਤਾਪ ਸੁਣਿਆ, ਸੈਣ ਜੀ ਨੇ ਇਹ ਗੱਲ ਸੁਣੀ ਕਿ ਭਗਤ ਕਬੀਰ ਜੀ ਨੇ ਸਵਾਮੀ ਰਾਮਾਨੰਦ ਜੀ ਨੂੰ ਆਪਣਾ ਗੁਰੂ ਧਾਰਿਆ, ਭਗਤੀ ਕੀਤੀ ਹੈ, ਬੜੀ ਉੱਚ ਅਵਸਥਾ ਦੇ ਮਾਲਕ ਬਣੇ ਹੈ, ਦੂਰ ਦੂਰ ਤੱਕ ਸ਼ੋਭਾ ਹੁੰਦੀ ਹੈ। ਸੋ ਭਗਤ ਕਬੀਰ ਜੀ ਦੀ ਭਗਤੀ ਦਾ ਪ੍ਰਤਾਪ ਸੁਣ ਕੇ ਸਵਾਮੀ ਰਾਮਾਨੰਦ ਜੀ ਦਾ ਦੂਜਾ ਸਿੱਖ, ਦੂਜਾ ਚੇਲਾ ਹੋਆ ਸੈਣ ਨਾਈ, ਸੈਣ ਨਾਈ ਹੋਇਆ ਹੈ। ਸੰਸਾਰੀ ਜੋ ਜਾਤ ਹੈ ਉਹਦੇ ਕਰਕੇ ਆਪ ਨਾਈ ਸਨ। ਪ੍ਰੇਮ ਭਗਤ ਰਾਤੀ ਕਰੈ, ਭਲਕੈ ਰਾਜ ਦੁਆਰੈ ਜਾਈ। ਅਤੇ ਆਪ ਜੀ ਬਹੁਤ ਪ੍ਰੇਮ ਦੇ ਨਾਲ ਭਗਤੀ ਕਰਿਆ ਕਰਦੇ ਸੀ। ਸੈਣ ਜੀ ਦੀ ਜਿਹੜੀ ਘਾਲਣਾ ਹੈ ਉਹ ਇਹ ਹੈ ਕਿ ਪ੍ਰੇਮਾ ਭਗਤੀ ਰਾਤ ਦੇ ਵੇਲੇ ਕਰਦੇ ਸੀ। ਸਾਧੂ ਜਨਾਂ ਸੰਤ ਜਨਾਂ ਦੀ ਸੰਗਤ ਕਰਿਆ ਕਰਦੇ ਸੀ। ਭਲਕੈ ਰਾਜ ਦੁਆਰੈ ਜਾਈ, ਅਤੇ ਸਵੇਰ ਹੁੰਦਿਆਂ ਸਾਰ ਹੀ ਆਪ ਰਾਜ ਦੁਆਰੇ ਜਾਂਦੇ ਸਨ। ਬਾਂਧਵਗੜ੍ਹ ਰੀਵਾ ਰਿਆਸਤ ਦਾ ਰਾਜਾ ਰਾਮ ਉਹਦਾ ਨਾਂ ਸੀ, ਉਹਦੇ ਕੋਲ ਜਾਂਦੇ ਸੀ ਅਤੇ ਖਾਸ ਕੰਮ ਸੀ ਰਾਜੇ ਦੇ ਨਹੁੰ ਲਾਉਣੇ, ਮਾਲਿਸ਼ ਕਰਨੀ, ਉੱਥੇ ਨੌਕਰੀ ਕਰਦੇ ਸਨ। ਭਗਤ ਸੈਣ ਜੀ ਰਾਜੇ ਕੋਲ ਜਾਂਦੇ ਸੀ ਅਤੇ ਸਵੇਰੇ ਸਵਖਤੇ ਜਾਂਦੇ ਹੁੰਦੇ ਸੀ ਅਤੇ ਹਰ ਰੋਜ਼ ਜਾਇਆ ਕਰਨਾ। ਸੋ ਇਸ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਭਲਕੈ ਰਾਜ ਦੁਆਰੇ ਜਾਈ, ਰਾਤ ਨੂੰ ਬੰਦਗੀ ਭਗਤੀ ਕਰਦੇ ਅਤੇ ਸਵੇਰੇ ਸਵਖਤੇ ਰਾਜੇ ਕੋ ਜਾਂਦੇ ਸੀ। ਆਏ ਸੰਤ ਪਰਾਹੁਣੇ, ਕੀਰਤਨ ਹੋਆ ਰਹਿਣ ਸਬਾਈ। ਪਰ ਇੱਕ ਵਾਰਾਂ ਕੀ ਹੋਇਆ, ਸੰਤ ਜਨ ਪ੍ਰਾਹੁਣੇ, ਸੰਤ ਪ੍ਰਾਹੁਣੇ ਉਹ ਘਰੇ ਆ ਗਏ, ਪਰਮੇਸ਼ਰ ਦੇ ਪਿਆਰੇ। ਕੀਰਤਨ ਹੋਆ ਰਹਿਣ ਸਬਾਈ, ਅਤੇ ਉਹਨਾਂ ਸਾਧੂਆਂ ਸੰਤਾਂ ਦੀ ਸੇਵਾ ਵਿੱਚ ਭਗਤ ਸੈਣ ਜੀ ਲੱਗ ਗਏ। ਸਾਰੀ ਰਾਤ ਕੀਰਤਨ ਹੁੰਦਾ ਰਿਹਾ, ਭਜਨ ਗਾਇਨ ਹੁੰਦਾ ਰਿਹਾ, ਬੰਦਗੀ ਕਰਦੇ ਰਹੇ, ਨਾਮ ਜਪਦੇ ਰਹੇ, ਪਰਮੇਸ਼ਰ ਦੀਆਂ ਵਡਿਆਈਆਂ ਹੁੰਦੀਆਂ ਰਹੀਆਂ। ਸਾਰੀ ਰਾਤ ਲੰਘ ਗਈ। ਸਵਖਤੇ ਜਾਂਦੇ ਸੀ ਰਾਜੇ ਕੋਲ, ਅਤੇ ਹੁਣ ਜਿਹੜੇ ਪਰਮੇਸ਼ਰ ਦੇ ਪਿਆਰੇ ਸੰਤ ਸੀ ਜਦੋਂ ਕੀਰਤਨ ਕਰਦੇ ਰਹੇ,
ਉਹਨਾਂ ਨੂੰ ਵੀ ਨਹੀਂ ਕਿਹਾ ਵੀ ਮੇਰਾ ਸਮਾਂ ਹੋ ਗਿਆ ਰਾਜੇ ਕੋਲ ਜਾਣ ਦਾ। ਐਸੇ ਸੇਵਾ ਵਿੱਚ ਮਗਨ ਹੋਏ, ਐਸੇ ਮਗਨ ਹੋਏ ਕਿ ਸਮਾਂ ਲੰਘ ਗਿਆ ਰਾਜੇ ਕੋਲ ਜਾਣ ਦਾ। ਛੱਡ ਨ ਸਕੈ ਸੰਤ ਜਨ, ਰਾਜ ਦੁਆਰ ਨ ਸੇਵ ਕਮਾਈ। ਨਾਮ ਰਸ ਦੇ ਵਿੱਚ ਰੰਗੇ ਸੰਤ, ਉਹਨਾਂ ਨੇ ਨਾਮ ਦਾ ਪ੍ਰਵਾਹ ਚਲਾਈ ਰੱਖਿਆ। ਜਿਸ ਨੂੰ ਭਗਤ ਸੈਣ ਜੀ ਛੱਡ ਨਾ ਸਕੇ ਅਤੇ ਸਵੇਰ ਦਾ ਸਮਾਂ ਲੰਘ ਗਿਆ ਅਤੇ ਰਾਜੇ ਦੀ ਸੇਵਾ ਕਰਨ ਲਈ ਆਪਣੀ ਉਹ ਡਿਊਟੀ 'ਤੇ ਨਾ ਜਾ ਸਕੇ। ਸੈਣ ਰੂਪ ਹਰ ਜਾਏ ਕੈ, ਆਇਆ ਰਾਣੇ ਨੋ ਰੀਝਾਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਪ੍ਰਭੂ ਭਗਤ ਵਸ਼ਲ ਹੈ ਅਤੇ ਪ੍ਰਮਾਤਮਾ ਦੀ ਕਰਨੀ ਵੇਖੋ। ਸੈਣ ਰੂਪ ਹਰ ਜਾਏ ਕੈ, ਇੱਧਰ ਭਗਤ ਸੈਣ ਜੀ ਪਰਮੇਸ਼ਰ ਦੇ ਪਿਆਰਿਆਂ ਦੀ ਸੇਵਾ ਵਿੱਚ ਲੱਗੇ ਹੈ ਅਤੇ ਉੱਧਰ ਪਰਮਾਤਮਾ ਨੇ ਭਗਤ ਜੀ ਦਾ ਰੂਪ ਧਾਰ ਕੇ, ਭਗਤ ਸੈਣ ਦਾ ਰੂਪ ਧਾਰ ਕੇ ਰਾਜੇ ਕੋਲ ਗਏ। ਆਇਆ ਰਾਣੇ ਨੂੰ ਰੀਝਾਈ, ਅਤੇ ਆ ਕੇ ਰਾਜਾ ਬਾਂਧਵਗੜ੍ਹ ਰੀਵਾ ਰਿਆਸਤ ਦਾ ਜਿਹੜਾ ਰਾਜਾ ਰਾਮ ਹੈ, ਉਹਨੂੰ ਰਾਜੇ ਨੂੰ ਪ੍ਰਸੰਨ ਕੀਤਾ, ਰਿਝਾ ਲਿਆ ਸੇਵਾ ਕਰਕੇ। ਚੰਗੀ ਤਰ੍ਹਾਂ ਸਿਰ 'ਚ ਤੇਲ ਝੱਸਿਆ, ਮਾਲਿਸ਼ ਕੀਤੀ। ਰਾਜਾ ਬਹੁਤ ਪ੍ਰਸੰਨ ਹੋਇਆ। ਸਾਧ ਜਨਾਂ ਨੂੰ ਵਿਦਾ ਕਰ, ਰਾਜ ਦੁਆਰ ਗਿਆ ਸਰਮਾਈ। ਜਦੋਂ ਦਿਨ ਕਾਫੀ ਚੜ੍ਹ ਗਿਆ, ਸਮਾਂ ਤਾਂ ਲੰਘ ਚੁੱਕਿਆ ਸੀ, ਅੱਗੇ ਤੜਕੇ ਜਾਂਦੇ ਸੀ ਰਾਜੇ ਕੋਲ। ਭਗਤ ਸੈਣ ਜੀ ਨੇ ਸਾਧ ਜਨਾਂ ਨੂੰ ਵਿਦਾ ਕਰ, ਉਹਨਾਂ ਸਾਧੂਆਂ ਨਾਮ ਰੰਗੀਆਂ ਰੂਹਾਂ ਨੂੰ ਵਿਦਾ ਕਰਕੇ ਅਤੇ ਫਿਰ ਰਾਜੇ ਦੇ ਦਰਬਾਰ ਵਿੱਚ ਗਏ। ਰਾਜ ਦੁਆਰ ਗਿਆ ਸਰਮਾਈ, ਅਤੇ ਮਨ ਵਿੱਚ ਸੋਚਦੇ ਜਾਂਦੇ ਵੀ ਅੱਜ ਨਾਗਾ ਪੈ ਗਿਆ, ਮੈਂ ਜਾ ਨਹੀਂ ਸਕਿਆ। ਰਾਜਾ ਕਿਤੇ ਮੈਨੂੰ ਗੁੱਸੇ ਨਾ ਹੋਵੇ ਵੀ ਤੂੰ ਅੱਜ ਆਇਆ ਕਿਉਂ ਨਹੀਂ, ਕਿਤੇ ਇਹ ਮੇਰੀ ਨੌਕਰੀ ਨਾ ਜਾਂਦੀ ਰਹੇ। ਤੋ ਮਨ ਵਿੱਚ ਸ਼ਰਮਾਉਂਦੇ ਹੈ। ਰਾਜੇ ਦੇ ਕੋਲ ਗਏ, ਅੱਖਾਂ ਨੀਵੀਆਂ ਕੀਤੀਆਂ, ਖਲੋਤੇ ਨੇ ਸਾਹਮਣੇ। ਰਾਣੇ ਦੂਰੋਂ ਸੱਦ ਕੈ, ਗਲੋਂ ਕਵਾਏ ਖੋਲ ਪੈ ਨਾਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ, ਰਾਜੇ ਨੇ ਜਦੋਂ ਦੂਰੋਂ ਹੀ ਆਉਂਦਿਆਂ ਵੇਖਿਆ ਸੈਣ ਜੀ ਨੂੰ, ਰਾਜੇ ਨੇ ਕਿਹਾ ਵੀ ਹੁਣੇ ਤਾਂ ਗਿਆ ਸੀ ਸੇਵਾ ਕਰਕੇ, ਫੇਰ ਆ ਗਿਆ। ਰਾਜੇ ਨੇ ਜਦੋਂ ਦੂਰੋਂ ਭਗਤ ਸੈਣ ਜੀ ਨੂੰ ਵੇਖਿਆ ਅਤੇ ਕਹਿਣ ਲੱਗੇ, ਸੈਣ ਜੀ ਅੱਜ ਬਹੁਤ ਮੈਨੂੰ ਤੁਸਾਂ ਪ੍ਰਸੰਨ ਕੀਤਾ ਹੈ। ਜਿਸ ਤਰ੍ਹਾਂ ਅੱਜ ਸੇਵਾ ਕੀਤੀ ਹੈ, ਮੁੱਠੀ ਚਾਪੀ ਕੀਤੀ ਹੈ, ਪਹਿਲਾਂ ਕਦੇ ਵੀ ਇਸ ਤਰ੍ਹਾਂ ਸੇਵਾ ਮੁੱਠੀ ਚਾਪੀ ਨਹੀਂ ਕੀਤੀ। ਇੰਨੀ ਗੱਲ ਕਹਿ ਕੇ ਗਲੋਂ ਕਵਾਏ ਖੋਲ ਪੈ ਨਾਈ। ਰਾਜੇ ਨੇ ਕੀ ਕੀਤਾ, ਆਪਣੇ ਗਲ ਦੀ ਜਿਹੜੀ ਉਹਨੇ ਤਨ 'ਤੇ ਪੁਸ਼ਾਕ ਪਾਈ ਸੀ, ਸ਼ਾਹੀ ਲਿਬਾਸ, ਉਹ ਆਪਣੇ ਤਨ ਦੀ ਪੁਸ਼ਾਕ ਲਾਹ ਕੇ ਅਤੇ ਸੈਣ ਜੀ ਨੂੰ ਪਹਿਨਾ ਦਿੱਤੀ ਵੀ ਆਹ ਲੈ ਮੇਰੀ ਪੁਸ਼ਾਕ, ਮੈਂ ਤੇਰੀ ਸੇਵਾ ਤੋਂ ਬੜਾ ਪ੍ਰਸੰਨ ਹੋਇਆ ਹਾਂ। ਭਗਤ ਸੈਣ ਜੀ ਹੈਰਾਨ ਰਹਿ ਗਏ, ਕਹਿਣ ਲੱਗੇ ਮੈਂ ਤਾਂ ਅੱਜ ਆਇਆ ਹੀ ਨਹੀਂ। ਸਾਰੀ ਗੱਲ ਦੱਸੀ ਵੀ ਘਰੇ ਸੰਤ ਜਨ ਪ੍ਰਾਹੁਣੇ ਆਏ ਸੀ, ਉਹਨਾਂ ਦੀ ਸੇਵਾ ਵਿੱਚ ਲੱਗਾ ਰਿਹਾ। ਅਤੇ ਰਾਜਾ ਕਹਿੰਦਾ ਵੀ ਆਇਆ ਤਾਂ ਤੂੰ ਹੀ ਸੀ। ਫਿਰ ਸਮਝ ਪਈ ਕਿ ਸੈਣ ਦੇ ਰੂਪ ਦੇ ਵਿੱਚ ਪਰਮਾਤਮਾ ਆਪ ਆਇਆ, ਅਤੇ ਰਾਜੇ ਨੇ ਭਗਤ ਸੈਣ ਜੀ ਦੇ ਚਰਨਾਂ 'ਤੇ ਨਮਸਕਾਰ ਕਰ ਦਿੱਤੀ। ਅੱਜ ਤੱਕ ਬਾਂਧਵਗੜ੍ਹ ਰੀਵਾ ਰਿਆਸਤ ਦੇ ਜਿਹੜੇ ਨਾਈ ਸਨ, ਉਹ ਗੁਰੂ ਕਹਾਉਂਦੇ ਰਹੇ ਉਸ ਰਿਆਸਤ ਦੇ ਵਿੱਚ। ਇੰਨਾ ਸਤਿਕਾਰ ਉਹਨਾਂ ਨੂੰ ਮਿਲਿਆ। ਪਰਮਾਤਮਾ ਦੀ ਬੰਦਗੀ ਦੇ ਵਿੱਚ ਇੱਕ ਮਨ ਹੋ ਕੇ ਜਦੋਂ ਲੱਗੇ ਰਹੇ ਅਤੇ ਪਰਮਾਤਮਾ ਨੇ ਏਡੀ ਵੱਡੀ ਮਿਹਰ ਕੀਤੀ। ਵਸ ਕੀਤਾ ਹੋਂ ਤੁਧ ਅੱਜ, ਬੋਲੇ ਰਾਜਾ ਸੁਣੈ ਲੁਕਾਈ। ਪੁਸ਼ਾਕ ਆਪਣੀ ਪਹਿਨਾ ਕੇ ਇਹ ਗੱਲ ਰਾਜੇ ਨੇ ਕਹੀ, ਤੂੰ ਤਾਂ ਅੱਜ ਮੈਨੂੰ ਵਸ ਕਰ ਲਿਆ ਸੇਵਾ ਕਰਕੇ। ਸਾਰੇ ਲੋਕ ਉੱਥੇ ਰਾਜੇ ਦੇ ਕਹੇ ਹੋਏ ਬੋਲਾਂ ਨੂੰ ਸਾਰਿਆਂ ਨੇ ਸੁਣਿਆ।
ਪ੍ਰਗਟ ਕਰੈ ਭਗਤ ਵਡਿਆਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਉਂ ਪਰਮਾਤਮਾ ਜਿਹੜਾ ਹੈ ਉਹ ਆਪਣੇ ਭਗਤਾਂ ਦੀ ਵਡਿਆਈ ਨੂੰ ਪ੍ਰਗਟ ਕਰਦਾ ਹੈ, ਉਹ ਪੈਜ ਵੀ ਰੱਖਦਾ ਹੈ। ਜੇ ਬੰਦਗੀ ਵਾਲਾ ਕੋਈ ਆਪਣੇ ਫਰਜ਼ ਤੋਂ ਉੱਕਦਾ ਹੈ ਤਾਂ ਉਹ ਸ਼ਰਮਾਉਂਦਾ ਵੀ ਹੈ ਵੀ ਮੈਂ ਆਪਣੇ ਫਰਜ਼ ਤੋਂ ਉੱਕ ਗਿਆ ਹਾਂ, ਪਰ ਫਿਰ ਮਾਲਕ ਉਹਦੇ 'ਤੇ ਕਿਰਪਾ ਕਰਦਾ, ਆਪਣੇ ਸੇਵਕਾਂ ਦਾ ਸਹਾਈ ਹੁੰਦਾ ਹੈ। ਆਪਣੇ ਸੇਵਕ ਕੀ ਆਪੇ ਰਾਖੇ, ਉਹ ਆਪਣੇ ਸੇਵਕ ਦੀ ਆਪ ਪੈਜ ਰੱਖਦਾ ਹੈ। ਭਗਤ ਸੈਣ ਜੀ ਇਹਨਾਂ ਦਾ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਧਨਾਸਰੀ ਰਾਗ ਦੇ ਵਿੱਚ। ਜਦੋਂ ਆਪਾਂ ਆਰਤੀ ਕੀਰਤਨ ਸਰਵਣ ਕਰਦੇ ਹਾਂ ਨਾ, ਸ੍ਰੀ ਸੈਣ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰਨੇ ਜਾਉ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਓ। ਊਤਮ ਦੀਅਰਾ ਨਿਰਮਲ ਬਾਤੀ ਤੁਹੀਂ ਨਿਰੰਜਨ ਕਮਲਾ ਪਾਤੀ। ਰਾਮਾ ਭਗਤ ਰਾਮਾਨੰਦ ਜਾਣੈ ਪੂਰਨ ਪਰਮਾਨੰਦ ਬਖਾਨੈ। ਮਦਨ ਮੂਰਤ ਭੈ ਤਾਰ ਗੋਬਿੰਦੇ ਸੈਣ ਭਣੈ ਭਜ ਪਰਮਾਨੰਦੇ। ਇਹ ਇੱਕ ਸ਼ਬਦ ਹੈ ਧਨਾਸਰੀ ਰਾਗ ਵਿੱਚ, ਜਿਹਦੇ ਵਿੱਚ ਆਪ ਨੇ ਪ੍ਰਭੂ ਨੂੰ ਸਿਮਰਨ ਕਰਨ ਦਾ ਉਪਦੇਸ਼ ਦਿੱਤਾ। ਇਹ ਪ੍ਰਭੂ, ਮੈਂ ਤੇਰੀ ਆਰਤੀ ਕਰਦਾ ਹਾਂ, ਤੇਰੇ ਵਰਗਾ ਕੋਈ ਨਹੀਂ ਹੈ, ਤੂੰ ਸਾਰਿਆਂ ਦਾ ਮਾਲਕ ਹੈ ਅਤੇ ਮੇਰੇ 'ਤੇ ਮਿਹਰ ਕਰ, ਹਿਰਦੇ ਦਾ ਆਨੰਦ ਅਤੇ ਖੇੜਾ ਮੈਨੂੰ ਬਖਸ਼ਣਾ ਕਰ। ਸੋ ਭਗਤ ਸੈਣ ਜੀ ਦੀ ਕਥਾ ਨੂੰ ਭਾਈ ਗੁਰਦਾਸ ਸਾਹਿਬ ਨੇ 16ਵੀਂ ਪੌੜੀ ਵਿੱਚ ਨਿਰੂਪਣ ਕੀਤਾ ਹੈ। ਵਿਚਾਰਾਂ ਕਰਦੇ ਹਾਂ, ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਸੰਗਤ ਨੇ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂ ਵਾਸਤੇ ਸੁਮਤ ਬਖਸ਼ਣੀ ਜੀ। ਵਸ ਕੀਤਾ ਹਉ ਤੁਧ ਅੱਜ, ਬੋਲੇ ਰਾਜਾ ਸੁਣੈ ਲੁਕਾਈ। ਪ੍ਰਗਟ ਕਰੈ ਭਗਤ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ